Welcome back to all my viewers on my YouTube channel. I am Surendra Kumar. Today I'm discuss about to the cultural development, agriculture development in the India part first. This is a economic part of the class 10th SST. In this session we are discussing about very short question answers and short question answer of this chapter. Without wasting your time, we are start from this session. The very short question is first question is what is the contribution of the agriculture of the national income in India? Agriculture ਦੀ ਕੀ contribution ਆ ਸਾਡੀ national income ਦੇ ਵਿੱਚ? Answer ਹੈ the agriculture contribute 59% of the national income in the 1950-51, but the contribution of new around us to the 13.9% of the national income ਵੀ ਜਿਹੜੀ ਐਗਰੀਕਲਚਰ ਆ ਉਹਦਾ 59% ਜਿਹੜਾ ਵਾ ਉਹ ਸਾਡੀ ਨੈਸ਼ਨਲ ਇਨਕਮ ਦੇ ਵਿੱਚ ਕੰਟਰੀਬਿਊਟ ਕਰਦੀ ਸੀ 1950-51 ਦੇ ਵਿੱਚ। ਬਟ ਜਿਹੜੀ ਹੁਣ ਆ ਕੰਟਰੀਬਿਊਸ਼ਨ ਇਹਦੀ ਕਿੰਨੀ ਹੋ ਗਈ 13.9 ਹੋ ਗਈ ਆ, ਕਿਉਂਕਿ ਇਹ ਨੈਸ਼ਨਲ ਇਨਕਮ ਦੇ ਵਿੱਚ obviously the agriculture is contributor even now the major share of to the national income in the India through to the share of agriculture in the national income has been decreasing continuously। ਕਹਿੰਦੇ ਜਿਹੜਾ ਐਗਰੀਕਲਚਰ ਆ ਅਸੀਂ ਮੰਨ ਸਕਦੇ ਵੀ ਜਿਹੜਾ ਐਗਰੀਕਲਚਰ ਆ ਉਹ ਸਾਡਾ ਮੇਨ ਆਕੂਪੇਸ਼ਨ ਵੀ ਆ, ਯਾਨੀ ਕਿ ਮੇਨ ਕਿੱਤਾ ਵੀ ਆ, ਅਤੇ ਸਾਡੀ ਨੈਸ਼ਨਲ ਇਨਕਮ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਕੰਟਰੀਬਿਊਟ ਕਰਦਾ ਸੀ। ਪਰ ਜਿਵੇਂ ਜਿਵੇਂ ਹੁਣ ਸਾਡੀ ਇਕੋਨਮੀ ਜਿਹੜੀ ਆ ਉਹ ਗਰੋ ਕਰ ਰਹੀ ਆ ਉਵੇਂ ਉਵੇਂ ਸ਼ੇਅਰ ਆਫ ਜਿਹੜੀ ਐਗਰੀਕਲਚਰ ਦਾ ਵਾ ਉਹ ਡਿਕਰੀਜ਼ ਹੁੰਦਾ ਜਾ ਰਿਹਾ ਨੈਸ਼ਨਲ ਇਨਕਮ ਦੇ ਵਿੱਚ। ਸੈਕਿੰਡ ਕੁਐਸਚਨ ਆ ਐਗਰੀਕਲਚਰ ਇਜ਼ ਅ ਮੇਨ ਰਿਸੋਰਸ ਆਫ ਦੀ ਇੰਪਲੋਇਮੈਂਟ ਇਨ ਇੰਡੀਆ, ਰਾਈਟ ਦੀ ਸ਼ਾਰਟ ਨੋਟ ਔਨ ਇਟ। ਵੀ ਜਿਹੜਾ ਐਗਰੀਕਲਚਰ ਆ ਉਹ ਸਾਡੇ ਇੰਡੀਆ ਦਾ ਇੱਕ ਮੇਨ ਰਿਸੋਰਸ ਆ ਜੋਬ ਦੇਣ ਦਾ, ਤਾਂ ਇਹਦੇ ਉੱਤੇ ਤੁਸੀਂ ਸ਼ਾਰਟ ਨੋਟ ਲਿਖਣਾ ਵਾ। ਆਨਸਰ ਹੈ ਦੀ ਬਿਗ ਪਾਰਟ ਆਫ ਆਵਰ total labor force is engaged in agriculture according to the 2001 census 61% of the Indian working population is engaged in agriculture। ਵੀ ਜੇਕਰ ਅਸੀਂ ਗੱਲ ਕਰੀਏ ਵੀ ਇੰਡੀਆ ਦੀ ਟੋਟਲ ਫੋਰਸ ਜਿਹੜੀ ਆ ਲੇਬਰ ਫੋਰਸ ਆ ਉਹ ਐਗਰੀਕਲਚਰ ਦੇ ਵਿੱਚ ਸਭ ਤੋਂ ਜ਼ਿਆਦਾ ਲੱਗੀ ਹੋਈ ਆ। 2001 ਦੇ ਵਿੱਚ ਜਿਹੜੀ ਜਨਗਣਨਾ ਹੋਈ ਉਹਦੇ ਵਿੱਚ ਪਤਾ ਲੱਗਿਆ ਵੀ 61% ਜਿਹੜੇ ਲੋਕ ਨੇ ਉਹ ਕੀ ਆ ਐਗਰੀਕਲਚਰ ਦੇ ਵਿੱਚ ਲੱਗੇ ਹੋਏ ਨੇ। In other country like the England only 2% and America only 2% of the working proportion is engaged in agriculture। ਵੀ ਜੇਕਰ ਗੱਲ ਕਰੀਏ ਵੀ ਕੰਟਰੀ ਜਿਵੇਂ ਇੰਗਲੈਂਡ ਆ ਉਹਦੇ ਵਿੱਚ 2%, ਅਮਰੀਕਾ ਦੇ ਵਿੱਚ ਵੀ 2% ਹੀ ਨੇ ਜਿਹੜੀ ਪੋਪੂਲੇਸ਼ਨ ਆ ਜਿਹੜੀ ਐਗਰੀਕਲਚਰ ਦੇ ਵਿੱਚ ਲੱਗੀ ਹੋਈ ਆ। ਇਟ ਇਜ਼ ਇੰਡੀਕੇਟਸ ਟੂਵਰਡਸ ਦੇਅਰ ਇਕਨੋਮਿਕ ਡਿਵੈਲਪਮੈਂਟ। ਕਹਿੰਦੇ ਇਹ ਚੀਜ਼ਾਂ ਨਾਲ ਸਾਨੂੰ ਇਹ ਪਤਾ ਲੱਗਦਾ ਵੀ ਉਹ ਕੰਟਰੀ ਕਿੰਨੀਆਂ ਜ਼ਿਆਦਾ ਰਿਚੈਸਟ ਨੇ ਜਾਂ ਕੀ ਨੇ, ਕਾਫੀ ਜ਼ਿਆਦਾ ਡਿਵੈਲਪਡ ਨੇ। ਥਰਡ ਕੁਐਸਚਨ ਹੈਗਾ ਰਾਈਟ ਅਬਾਊਟ ਟੂ ਦੀ ਕੰਟਰੀਬਿਊਸ਼ਨ ਆਫ ਦੀ ਗੌਰਮੈਂਟ ਟੂ ਦੀ ਪ੍ਰੋਡਕਟੀਵਿਟੀ ਆਫ ਦੀ ਇੰਡੀਅਨ ਐਗਰੀਕਲਚਰ। ਇੰਡੀਅਨ ਐਗਰੀਕਲਚਰ ਦੇ ਵਿੱਚ ਜਿਹੜੀ ਕੰਟਰੀ ਆ ਜਾਂ ਸਾਡੀ ਜਿਹੜੀ ਗੌਰਮੈਂਟ ਆ ਉਹ ਕੀ ਆਪਣੀ ਕੰਟਰੀਬਿਊਸ਼ਨ ਦੇ ਰਹੀ ਆ। ਆਨਸਰ ਹੈ ਦੀ ਫੋਲੋਇੰਗ ਸਟੈਪਸ ਹੈਜ਼ ਬੀਨ ਟੇਕਨ ਬਾਈ ਦੀ ਗੌਰਮੈਂਟ ਟੂ ਰਾਈਜ਼ਿੰਗ ਦੀਅਰ ਐਗਰੀਕਲਚਰ ਪ੍ਰੋਡਕਟੀਵਿਟੀ ਇਨ ਇੰਡੀਆ। ਇੰਡੀਆ ਦੇ ਜਿਹੜੀ ਗੌਰਮੈਂਟ ਆ ਉਹਨੇ ਹੇਠ ਲਿਖੇ ਜਿਹੜੇ ਸਟੈਪ ਨੇ ਉਹ ਚੱਕੇ ਨੇ ਤਾਂ ਜੋ ਕੀ ਆ ਐਗਰੀਕਲਚਰ ਡਿਵੈਲਪ ਹੋ ਸਕੇ ਇੰਡੀਆ ਦੇ ਵਿੱਚ। ਫਸਟ ਹੈਗਾ ਲੈਂਡ ਰਿਫੋਰਮ, ਵੀ ਜਿਹੜੇ ਭੂਮੀ ਦਾ ਰਿਫੋਰਮ ਕੀਤਾ ਵਾ। ਦੂਜਾ ਹੈ ਇਨਕਰੀਜ਼ ਇਨ ਇਮੀਗ੍ਰੇਸ਼ਨ ਫੈਸਿਲਿਟੀ। ਥਰਡ ਹੈਗਾ ਐਗਰੀਕਲਚਰ ਰਿਸਰਚ ਐਂਡ ਡਿਵੈਲਪਮੈਂਟ, ਇੰਪਰੂਵਮੈਂਟ ਆਫ ਦੀ ਐਗਰੀਕਲਚਰ ਮਾਰਕੀਟਿੰਗ ਐਂਡ ਇਨਕਰੀਜ਼ ਦੀ ਕ੍ਰੈਡਿਟ ਫੈਸਿਲਿਟੀ ਐਕਸੈਕਟਰਾ। ਆ 5 ਤਰ੍ਹਾਂ ਦੇ ਰਿਸੋਰਸਿਸ ਨੇ ਜਿਹੜੇ ਕਿ ਗੌਰਮੈਂਟ ਨੇ ਯੂਜ਼ ਕੀਤੇ ਆ ਤਾਂ ਜੋ ਕੀ ਆ ਐਗਰੀਕਲਚਰ ਦੇ ਵਿੱਚ ਜਿਹੜੀ ਗੌਰਮੈਂਟ ਦੀ ਕੰਟਰੀਬਿਊਸ਼ਨ ਆ ਉਹ ਵਧਾਈ ਜਾ ਸਕੇ। ਫੋਰਥ ਕੁਐਸਚਨ ਹੈ ਵਟ ਆਰ ਦੀ ਮੇਨ ਲੈਂਡ ਰਿਫੋਰਮਸ ਇਨ ਇੰਡੀਆ। ਇੰਡੀਆ ਦੇ ਵਿੱਚ ਕਿਹੜੇ ਮੇਨ ਲੈਂਡ ਰਿਫੋਰਮਸ ਨੇ। ਫਸਟ ਹੈਗਾ ਵਾ ਅਵੋਇਲਿਸ਼ ਟੂ ਦੀ ਜ਼ਿਮੀਦਾਰੀ ਸਿਸਟਮ ਨੂੰ ਖਤਮ ਕਰ ਦਿੱਤਾ ਵਾ। ਐਕਟ ਹੈਜ਼ ਬੀਨ ਟੂ ਦੀ ਪਾਸ ਟੂ ਇੰਪਰੂਵ ਦੀ ਲੈਂਡ ਟੈਨਿਓਰ ਸਿਸਟਮ, ਵੀ ਜਿਹੜਾ ਭੂਮੀ ਦੀ ਜਿਹੜੀ ਨਾਲ ਜੁੜੇ ਵਾਲੇ ਖੇਤ ਨੇ ਯਾਨੀ ਕਿ ਜਿਹੜੇ ਕਲਟੀਵੇਸ਼ਨ ਆ ਉਹਨੂੰ ਸਹੀ ਤਰੀਕੇ ਨਾਲ ਕੀਤਾ ਗਿਆ ਵਾ। ਨੈਕਸਟ ਹੈਗਾ ਵਾ ਮੈਕਸੀਮਮ ਸੀਲਿੰਗ ਆਫ ਟੂ ਦੀ ਲੈਂਡ ਹੋਲਡਿੰਗ, ਜ਼ਿਆਦਾਤਰ ਜਿਹੜੀਆਂ ਲੈਂਡਸ ਨੇ ਉਹ ਇੱਕ ਹੀ ਕੋਲ ਨਾ ਰਹਿਣ। ਅੱਗੇ ਹੈਗਾ ਕੰਸੋਲੀਡੇਸ਼ਨ ਆਫ ਟੂ ਦੀ ਹੋਲਡਿੰਗ, ਵੀ ਜਿਹੜੀ ਹੋਲਡਿੰਗ ਆ ਯਾਨੀ ਕਿ ਸ਼ੇਅਰ ਆ ਲੈਂਡ ਦੇ ਉੱਤੇ ਉਹ ਸਾਰੇ ਇਹਨਾਂ ਦਾ ਬਰਾਬਰ ਹੋ ਸਕੇ। ਕੋਆਪਰੇਸ਼ਨ ਫਾਰਮਿੰਗ, ਇੱਕ ਦੂਸਰੇ ਨਾਲ ਮਿਲ ਜੁਲ ਕੇ ਖੇਤੀ ਕਰਨੀ। ਬੰਧਨ ਮੂਵਮੈਂਟ, ਵੀ ਇੱਕ ਦੂਸਰੇ ਨਾਲ ਜੁੜ ਕੇ ਸਾਰਾ ਕੰਮ ਕਰਨਾ। ਨੈਕਸਟ ਹੈ ਫਿਫਥ ਵਟ ਡੂ ਯੂ ਮੀਨ ਬਾਈ ਦੀ ਗ੍ਰੀਨ ਰੈਵੋਲਿਊਸ਼ਨ, ਵੀ ਜਿਹੜੀ ਹਰੀ ਕ੍ਰਾਂਤੀ ਹੈ ਉਹਦਾ ਮਤਲਬ ਕੀ ਆ। ਆਨਸਰ ਹੈ ਦੀ ਰੈਵੋਲਿਊਸ਼ਨ ਦੈਟ ਦੀ aims to rising their agriculture products to the adopting the latest and scientific method of to the cultivation is called to the green revolution। green revolution ਕੀ ਆ, ਇੱਕ ਤਰ੍ਹਾਂ ਦਾ ਸਾਡਾ ਸਾਇੰਟੀਫਿਕ ਜਿਹੜਾ ਅਸੀਂ ਸੈਟਅਪ ਕੀਤਾ ਹੋਇਆ ਵਾ ਜਿਹਦੇ ਨਾਲ ਕੀ ਆ ਅਸੀਂ ਉਹਨੂੰ ਗ੍ਰੀਨ ਰੈਵੋਲਿਊਸ਼ਨ ਕਹਿ ਸਕਦੇ ਹਾਂ, ਜਿਹਦੇ ਵਿੱਚ ਅਸੀਂ ਲੇਟੈਸਟ ਜਿਹੜੀ ਟੈਕਨੋਲੋਜੀ ਅਤੇ ਸਾਇੰਟੀਫਿਕ ਮੈਥਡ ਯੂਜ਼ ਕਰ ਰਹੇ ਹਾਂ ਖੇਤੀ ਕਰਨ ਦੇ ਲਈ। green revolution refers to the extraordinary increase in the agriculture productivity escape in the in wheat and rice which was made possibly due to the adoption of to the new technology of hybrid seeds HYV
ਕਹਿੰਦੇ ਇਹਦੇ ਵਿੱਚ ਦੱਸਿਆ ਗਿਆ ਵੀ ਗ੍ਰੀਨ ਰੈਵੋਲੂਸ਼ਨ ਕੀ ਆ, ਇੱਕ ਐਕਸਟਰਾਆਰਡਨਰੀ ਬਿਨਾਂ ਦੇਖੇ ਵੀ ਅਚਨਚੇਤ ਜਿਹੜੀ ਇੰਨਾ ਜ਼ਿਆਦਾ ਇਨਕਰੀਜ਼ ਹੋਇਆ, ਰਿਕਾਰਡ ਪ੍ਰੋਡਕਸ਼ਨ ਹੋਈ ਵੀਟ ਤੇ ਰਾਈਸ ਦੀ, ਅਤੇ ਇਹ ਸਿਰਫ ਉਹਦੇ ਤਰੀਕੇ ਨਾਲ ਹੋ ਸਕਿਆ ਜਿਹਦੇ ਨਾਲ ਅਸੀਂ ਕੀ ਆ ਵਧੀਆ ਕੁਆਲਿਟੀ ਦੇ ਜਿਹੜੇ ਬੀਜ ਸੀਗੇ ਉਹਨੂੰ ਚੂਜ਼ ਕੀਤਾ। 6th ਕੁਐਸਚਨ ਹੈ, ਹਾਊ ਹੈਜ਼ ਦੀ ਗ੍ਰੀਨ ਰੈਵੋਲੂਸ਼ਨ ਹੈਲਪ ਟੂ ਦੀ ਸੋਲਵਿੰਗ ਦੀ ਫੂਡ ਪ੍ਰੋਬਲਮ, ਵੀ ਜਿਹੜੀ ਇੰਡੀਆ ਦੇ ਵਿੱਚ ਜਿਹੜਾ ਅੰਨ ਦੀ ਘਾਟ ਪੈਂਦੀ ਸੀਗੀ ਉਹਨੂੰ ਕਿਸ ਤਰੀਕੇ ਨਾਲ ਜਿਹੜੀ ਹਰੀ ਕ੍ਰਾਂਤੀ ਉਹਨੇ ਸੋਲਵ ਕੀਤਾ। ਆਨਸਰ ਹੈ, ਆਫਟਰ ਦੀ ਈਅਰ 67-68 there was to the taking the place of tremendous rise in the production of to the food gain due to the green revolution. In the year 67-68, the year of green revolution, the production of the food grain increased to the 90-50 lakh tons। ਕਹਿੰਦੇ 60-68 ਦੇ ਦਸ਼ਕ ਦੇ ਵਿੱਚ ਕੀ ਹੋਇਆ ਵੀ ਜਿਹੜਾ ਰਾਈਜ਼ ਹੋਇਆ ਪ੍ਰੋਡਕਸ਼ਨ ਦੇ ਵਿੱਚ, ਜਿਹਦੇ ਨਾਲ ਕੀ ਆ ਅੰਨ ਦੀ ਜਿਹੜੀ ਵਾਧਾ ਹੋਇਆ, ਅੰਨ ਦੇ ਭੰਡਾਰ ਦੇ ਵਿੱਚ ਵਾਧਾ ਹੋਇਆ, ਉਹ ਵੀ ਸਿਰਫ ਹਰੀ ਕ੍ਰਾਂਤੀ ਕਰਕੇ ਹੋਇਆ। ਸੰਨ 1968 ਤੇ 67 ਦੇ ਵਿੱਚ ਜਿਹੜਾ ਸੀ ਇਹ ਰੈਵੋਲੂਸ਼ਨ ਆਈ, ਜਿਹਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਇਨਕਰੀਜ਼ ਹੋਇਆ ਉਹ 950 ਲੱਖ ਟਨ ਹੋ ਗਿਆ। ਇਨ 2013-14 ਦੀ ਪ੍ਰੋਡਕਸ਼ਨ ਆਫ ਦੀ ਫੂਡ ਗ੍ਰੇਨ ਵਾਜ਼ 5644 ਲੱਖ ਟਨ। ਦਿਸ ਇਜ਼ ਰਿਜ਼ਲਟ ਟੂ ਇਨਕਰੀਜ਼ ਆਫ ਦੀ ਪਰ ਕੈਪੀਟਲ ਅਵੇਲੇਬਿਲਿਟੀ ਆਫ ਦੀ ਫੂਡ। ਕਹਿੰਦੇ ਫਿਰ 2013 ਤੇ 14 ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੋਈ ਅੰਨ ਭੰਡਾਰ ਦੇ ਵਿੱਚ ਉਹ 2644 ਲੱਖ ਟਨ ਹੋ ਗਈ। ਇਹਦੇ ਰਿਜ਼ਲਟ ਨਾਲ ਜਿਹੜੀ ਪਰ ਕੈਪੀਟਲ ਅਵੇਲੇਬਿਲਿਟੀ ਸੀਗੀ ਫੂਡ ਦੀ ਉਹ ਵੀ ਵੱਧ ਗਈ। ਨੈਕਸਟ ਹੈਗਾ, ਇਟ ਇਜ਼ ਹੈਲਪ ਟੂ ਦੀ ਰਿਡਿਊਸ ਦੀ ਇੰਪੋਰਟ ਆਫ ਦੀ ਫੂਡ ਗ੍ਰੇਨ, ਦਸ ਦੀ ਗ੍ਰੀਨ ਰੈਵੋਲੂਸ਼ਨ ਹੈਲਪ ਟੂ ਦੀ ਲੋਟ ਆਫ ਸੋਲਵਿੰਗ ਦੀ ਫੂਡ ਪ੍ਰੋਬਲਮ ਇਨ ਇੰਡੀਆ। ਕਹਿੰਦੇ ਇਸ ਤਰੀਕੇ ਨਾਲ ਜਿਹੜਾ ਸਾਡਾ ਅਨਾਜ ਦਾ ਜਿਹੜਾ ਅਸੀਂ ਬਾਹਰੋਂ ਇੰਪੋਰਟ ਕਰਦੇ ਸੀ ਉਹ ਘਟ ਗਿਆ, ਅਤੇ ਇਹਦੇ ਨਾਲ ਕੀ ਹੋਇਆ, ਗ੍ਰੀਨ ਰੈਵੋਲੂਸ਼ਨ ਨੇ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਇੰਡੀਆ ਦੇ ਵਿੱਚ ਫੂਡ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ। ਨੈਕਸਟ ਹੈਗਾ ਸ਼ਾਰਟ ਕੁਐਸਚਨ ਆਨਸਰ। ਫਸਟ ਹੈਗਾ ਵਾ ਡਿਸਕ੍ਰਾਈਬ ਦੀ ਇੰਪੋਰਟੈਂਸ ਆਫ ਟੂ ਦੀ ਐਗਰੀਕਲਚਰ ਇਨ ਇੰਡੀਅਨ ਇਕੋਨਮੀ। ਇੰਡੀਅਨ ਇਕੋਨਮੀ ਦੇ ਵਿੱਚ ਜਿਹੜੀ ਐਗਰੀਕਲਚਰ ਆ ਉਹਦੀ ਕੀ ਮਹੱਤਤਾ ਦਾ ਉਹਦੇ ਬਾਰੇ ਦੱਸਣਾ ਵਾ। ਦੀ ਕੰਟਰੀਬਿਊਸ਼ਨ ਆਫ ਨੈਸ਼ਨਲ ਇਨਕਮ ਦੀ ਕੀ ਕੰਟਰੀਬਿਊਸ਼ਨ ਆ। ਫਸਟ ਹੈਗਾ ਐਗਰੀਕਲਚਰ ਗਿਵਸ ਐਨ ਇੰਪੋਰਟੈਂਟ ਕੰਟਰੀਬਿਊਸ਼ਨ ਆਫ ਦੀ ਨੈਸ਼ਨਲ ਇਨਕਮ, ਵੀ ਜਿਹੜੀ ਐਗਰੀਕਲਚਰ ਆ ਉਹਨੇ ਨੈਸ਼ਨਲ ਇਨਕਮ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਦਿੱਤੀ ਆ। regarding 59% of their total domestic production was produced in agriculture. Agriculture has been to the basis of the Indian economy at the present of the agriculture contribution about 13.9% of the national income। ਵੀ ਜਿਹੜੀ ਐਗਰੀਕਲਚਰ ਆ ਉਹਦੀ ਕੀ ਆ ਜਿਹੜੀ ਪ੍ਰੋਡਕਸ਼ਨ ਸੀਗੀ ਉਹਦੀ ਡੋਮੈਸਟਿਕ ਦੇ ਵਿੱਚ ਉਹ 59% ਕੰਟਰੀਬਿਊਸ਼ਨ ਸੀ ਨੈਸ਼ਨਲ ਇਨਕਮ ਦੇ ਵਿੱਚ। ਬਟ ਹੌਲੀ ਹੌਲੀ ਇਹਦੀ ਜਿਹੜੀ ਹੁਣ ਪ੍ਰੈਜ਼ੈਂਟ ਦੇ ਵਿੱਚ ਜਿਹੜੀ ਇਹਦੀ ਪ੍ਰੈਜ਼ੈਂਟ ਦੇ ਵਿੱਚ ਜਿਹੜੀ ਇਹਦੀ ਕੰਟਰੀਬਿਊਸ਼ਨ ਆ ਉਹ ਘਟ ਗਈ ਆ, ਉਹ 13.8% ਹੋ ਚੁੱਕੀ ਆ। ਸੈਕਿੰਡ ਹੈਗਾ ਵਾ ਰਿਸੋਰਸ ਆਫ ਇੰਪਲੋਇਮੈਂਟ ਦੀ ਬਿਗ ਪਾਰਟ ਆਫ ਟੂ ਦੀ ਅਵਰ total labor power engaged in the agriculture according to the 1991 census 65.5% of the total working population was engaged in the agriculture। ਕਹਿੰਦੇ ਜੇਕਰ ਅਸੀਂ ਗੱਲ ਕਰੀਏ ਵੀ ਇੰਪਲੋਇਮੈਂਟ ਦੇ ਨਾਲ ਰੋਜ਼ਗਾਰ ਦੇ ਸਾਧਨਾਂ ਦੁਆਰਾ ਵੀ 1991 ਦੇ ਸੈਂਸਿਸ ਤੋਂ ਸਾਨੂੰ ਪਤਾ ਲੱਗਿਆ 65.5% ਜਿਹੜੀ ਟੋਟਲ ਵਰਕਿੰਗ ਪਾਪੂਲੇਸ਼ਨ ਸੀਗੀ ਉਹ ਐਗਰੀਕਲਚਰ ਦੇ ਵਿੱਚ ਹੀ ਲੱਗੀ ਹੋਈ ਸੀ। ਸਨ 2011-12 48.9% directly engaged in this sector. In the other countries have a 3% in England and 4% in America and 20% people of Russia is engaged in the agriculture. It is indicates towards the economic development। ਪਰ ਜੇਕਰ ਗੱਲ ਕਰੀਏ 2011-12 ਦੇ ਵਿੱਚ 48.9% ਜਿਹੜੇ ਲੋਕ ਸੀਗੇ ਉਹ ਐਗਰੀਕਲਚਰ ਦੇ ਨਾਲ ਜੁੜੇ, ਪਰ ਜਿਹੜੀਆਂ ਹੋਰ ਕੰਟਰੀਆਂ ਨੇ ਜਿਵੇਂ 3% ਸੀਗੇ ਇੰਗਲੈਂਡ ਦੇ ਵਿੱਚ, 4% ਅਮਰੀਕਾ ਦੇ ਵਿੱਚ ਅਤੇ 20% ਰਸ਼ੀਆ ਦੇ ਵਿੱਚ ਲੋਕ ਜਿਹੜੇ ਸੀ ਉਹ ਐਗਰੀਕਲਚਰ ਵਰਕ ਕਰਦੇ ਸੀ। ਇਹ ਦਿਖਾਉਂਦੇ ਆ ਵੀ ਉਹ ਕਿਸ ਤਰੀਕੇ ਨਾਲ ਆਰਥਿਕ ਤੌਰ 'ਤੇ ਵਿਕਸਿਤ ਵਾਲੇ ਦੇਸ਼ ਨੇ। ਨੈਕਸਟ ਪੁਆਇੰਟ ਹੈ ਹੈਲਪ ਇਨ ਟੂ ਦੀ ਇੰਡਸਟਰੀਅਲ ਡਿਵੈਲਪਮੈਂਟ, ਵੀ ਉਦਯੋਗਾਂ ਦੇ ਵਿੱਚ ਵਾਧੇ ਵਿੱਚ ਹੈਲਪ ਕਰਨੀ। ਐਗਰੀਕਲਚਰ ਡਿਵੈਲਪਮੈਂਟ ਇਜ਼ ਕੰਟਰੀਬਿਊਟਸ ਟੂ ਦੀ ਇੰਡਸਟਰੀਅਲ ਡਿਵੈਲਪਮੈਂਟ ਟੂ ਐਗਰੀਕਲਚਰ ਪ੍ਰੋਵਾਈਡਸ ਦੀ ਰॉ ਮਟੀਰੀਅਲ ਟੂ ਦੀ ਅਦਰ ਫੀਲਡ, ਵੀ ਜਿਹੜੀ ਐਗਰੀਕਲਚਰ ਆ ਉਹ ਉਦਯੋਗ ਦੀ ਵਾਧੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ। ਇਹ ਉਹਨਾਂ ਨੂੰ ਰॉ ਮਟੀਰੀਅਲ ਦਿੰਦੀ ਸੀ, ਕੱਚਾ ਮਾਲ ਦਿੰਦੀ ਸੀ ਤਾਂ ਜੋ ਕੰਮ ਕਰ ਸਕੇ। Low agriculture products has been worse effect on to the industrial development. If the production of the cotton, sugarcane, jute, etc. is low, the industrials depending on them will not work properly। ਕਹਿੰਦੇ ਜੇਕਰ ਐਗਰੀਕਲਚਰ ਦੇ ਜਿਹੜੇ ਪ੍ਰੋਡਕਟਸ ਨੇ ਉਹ ਕੀ ਆ ਘੱਟ ਪੈਦਾ ਹੋਣ ਤਾਂ ਇਹ ਜਿਹੜੀ ਇੰਡਸਟਰੀ ਦੀ ਡਿਵੈਲਪਮੈਂਟ ਆ ਉਹ 'ਤੇ ਵੀ ਇਫੈਕਟ ਪਾਏਗੀ, ਜਿਵੇਂ ਕਿ ਕਾਟਨ ਆ, ਸ਼ੂਗਰਕੇਨ ਆ ਅਤੇ ਜੂਟ ਆ। ਜੇਕਰ ਇਹਦੀ ਪ੍ਰੋਡਕਸ਼ਨ ਘੱਟ ਜਾਵੇਗੀ ਤਾਂ ਜਿਹੜੀ ਵਰਕਿੰਗ ਆ ਉਹਨਾਂ ਇੰਡਸਟਰੀਆਂ ਦੀ ਜਿਹੜੇ ਇਹਦੇ 'ਤੇ ਡਿਪੈਂਡੈਂਟ ਨੇ ਉਹਨਾਂ ਦੀ ਵੀ ਘੱਟ ਜਾਏਗੀ। ਫੋਰਥ ਹੈ ਹੈਲਪਫੁਲ ਆਫ ਟੂ ਦੀ ਇੰਟਰਨਲ ਐਂਡ ਐਕਸਟਰਨਲ ਟਰੇਡ, ਬਾਹਰਲੇ ਅਤੇ ਅੰਦਰਲੇ ਵਪਾਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ। ਐਗਰੀਕਲਚਰ ਗੁੱਡਸ ਆਰ ਦੀ used of to the internal and external trade, cotton, jute, tea, food grains,
ਤੰਬਾਕੂ, ਜਿੰਗਲਰ ਐਕਸੈਕਟਰਾ ਆਰ ਦੀ ਮੇਜਰ ਪਾਰਟ ਆਫ ਦੀ ਇੰਟਰਨਲ ਟ੍ਰੇਡ। ਵੀ ਜਿਹੜਾ ਸਾਡਾ ਐਗਰੀਕਲਚਰ ਖੇਤੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਬਾਹਰਲੀਆਂ ਅਤੇ ਅੰਦਰਲੇ ਵਪਾਰ ਦੇ ਲਈ ਬਹੁਤ ਜ਼ਰੂਰੀ ਨੇ, ਜਿਵੇਂ ਕਾਟਨ ਹੋ ਗਿਆ, ਜੂਟ ਹੋ ਗਿਆ, ਚਾਹ ਹੋ ਗਈ, ਅੰਨ ਭੰਡਾਰ ਹੋ ਗਏ, ਤੰਬਾਕੂ ਹੋ ਗਿਆ, ਇਹ ਮੇਜਰ ਪਾਰਟ ਨੇ ਜਿਹੜੇ ਸਾਡੇ ਅੰਦਰਲਾ ਵਪਾਰ ਚੱਲਦਾ ਵਾ ਉਹਦੇ ਲਈ। ਨੈਕਸਟ ਹੈਗਾ ਐਗਰੀਕਲਚਰ ਪ੍ਰੋਡਕਟ ਇਜ਼ ਐਕਸਪੋਰਟਡ ਟੂ ਦੀ tobacco, tea, coffee, dry food, etc. are exported. Half of the total foreign currencies are comes from to the exporting of the agriculture goods। ਕਹਿੰਦੇ ਜਿਹੜੇ ਬਾਹਰਲੀਆਂ ਚੀਜ਼ਾਂ ਜਿਹੜੀਆਂ ਅਸੀਂ ਐਕਸਪੋਰਟ ਕਰਦੇ ਹਾਂ ਉਹਦੇ ਵਿੱਚ ਤੰਬਾਕੂ, ਚਾਹ, ਕੌਫੀ ਅਤੇ ਡਰਾਈ ਫੂਡ ਹੁੰਦੇ ਆ। ਅਤੇ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਹਾਫ ਆਫ ਦੀ ਜਿਹੜੀ ਕਰੰਸੀ ਆ ਸਾਨੂੰ ਬਾਹਰਲੇ ਦੇਸ਼ ਦੀ ਮਿਲਦੀ ਆ ਉਹ ਵਿਦ ਦੀ ਹੈਲਪ ਆਫ ਦੀ ਐਕਸਪੋਰਟਿੰਗ ਆਫ ਦੀ ਫੋਰਨ ਐਗਰੀਕਲਚਰ ਗੁੱਡਸ ਦੇ ਕਰਕੇ ਹੀ ਹੁੰਦੀ ਆ। ਫਿਫਥ ਪਾਰਟ ਹੈ ਬੇਸਿਸ ਆਫ ਦੀ ਮੀਨਸ ਆਫ ਟਰਾਂਸਪੋਰਟੇਸ਼ਨ। ਜਿਹੜੀ ਆਵਾਜਾਈ ਦੇ ਸਾਧਨਾਂ ਲਈ ਕੀ ਜ਼ਰੂਰੀ ਹੈ? ਦੀ ਮੀਨਸ ਆਫ ਦੀ ਟਰਾਂਸਪੋਰਟੇਸ਼ਨ ਹੈਲਪਿੰਗ ਟੂ ਦੀ ਕੈਰਿੰਗ ਦੀ ਐਗਰੀਕਲਚਰ ਪ੍ਰੋਡਕਟਸ ਫਰੋਮ ਵਨ ਮਾਰਕੀਟ ਟੂ ਅਨਦਰ, ਫਰੋਮ ਦੀ ਮਾਰਕੀਟ ਆਫ ਦੀ ਕੰਜ਼ਿਊਮਰ ਔਰ ਟੂ ਦੀ ਇੰਡਸਟਰੀ। ਕਹਿੰਦੇ ਵੀ ਜਿਹੜੇ ਆਵਾਜਾਈ ਦੇ ਸਾਧਨ ਨੇ ਉਹ ਹੈਲਪ ਕਰਦੇ ਆ ਵੀ ਜਿਹੜੇ ਐਗਰੀਕਲਚਰ ਪ੍ਰੋਡਕਟ ਨੇ ਉਹਨਾਂ ਨੂੰ ਇੱਕ ਬਾਜ਼ਾਰ ਤੋਂ ਲੈ ਕੇ ਦੂਜੇ ਬਾਜ਼ਾਰ ਤੱਕ ਪਹੁੰਚਾਉਣਾ ਜਾਂ ਕਸਟਮਰਾਂ ਤੱਕ ਪਹੁੰਚਾਉਣਾ ਜਾਂ ਇੰਡਸਟਰੀਆਂ ਤੱਕ ਪਹੁੰਚਾਉਣਾ। ਮੈਨੂਫੈਕਚਰਡ ਇੰਡਸਟਰੀਜ਼ ਆਰ ਲਾਈਕ ਦੀ ਕੈਮੀਕਲ, fertilizers, machine tools, etc. can be carried out to the agricultural field with the help of the means of transportation. Means of transportation carrying on to the food grains one of the states to another, so the agriculture's means of transportation depends upon to the agriculture development। ਵੀ ਜਿਹੜੀ ਐਗਰੀਕਲਚਰ ਡਿਵੈਲਪਮੈਂਟ ਆ ਉਹ ਕੀ ਆ, ਜਿਹੜੇ ਉਹਦੇ ਟੂਲਸ ਨੇ ਉਹ ਯੂਜ਼ ਕੀਤੇ ਜਾਂਦੇ ਆ ਖੇਤੀ ਦੇ ਲਈ, ਤਾਂ ਕਰਕੇ ਉਹਦੀ ਟਰਾਂਸਪੋਰਟੇਸ਼ਨ ਕੀਤੀ ਜਾਂਦੀ ਆ। ਤਾਂ ਜਿਹੜੇ ਫੂਡ ਗੇਨਸ ਨੇ ਜਿਹੜੀਆਂ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਪਹੁੰਚਾਉਣਾ ਉਹ ਵੀ ਇਹਦੇ ਨਾਲ ਹੈਲਪ ਨਾਲ ਹੀ ਕੀਤੀ ਜਾਂਦੀ ਆ। ਤਾਂ ਡਿਵੈਲਪਮੈਂਟ ਜਿਹੜੀ ਆ ਜੇਕਰ ਟਰਾਂਸਪੋਰਟੇਸ਼ਨ ਦੀ ਹੋਏਗੀ ਤਾਂ ਉਹ ਐਗਰੀਕਲਚਰ ਡਿਵੈਲਪਮੈਂਟ ਵੀ ਉਹਦੇ 'ਤੇ ਨਿਰਭਰ ਕਰਦੀ ਆ। 6 ਹੈ ਇਨਕਮ ਆਫ ਟੂ ਦੀ ਗੌਰਮੈਂਟ। ਵੀ ਇਹ ਗੌਰਮੈਂਟ ਦੀ ਵੀ ਇੱਕ ਬਹੁਤ ਵਧੀਆ ਰਿਸੋਰਸ ਆ ਆਮਦਨ ਕਮਾਉਣ ਦਾ। ਜਾਂ ਗੌਰਮੈਂਟ ਅਰਨ ਟੂ ਦੀ ਇਨਕਮ from to the different types of the tax such as to the land revenue, immigration tax, market fix, etc. The agriculture sector develops and its help to increase the government income। ਵੀ ਇਹ ਗੌਰਮੈਂਟ ਕਈ ਤਰ੍ਹਾਂ ਦੀਆਂ ਇਨਕਮ ਇਹ ਤੋਂ ਚਾਰਜ ਕਰਦੀ ਹੈ, ਜਿਵੇਂ ਟੈਕਸ ਲਾ ਦਿੰਦੀ ਆ ਰੈਵਨਿਊ, ਜਿਹੜਾ ਲੈਂਡ ਰੈਵਨਿਊ ਉਹਦੇ ਉੱਤੇ, ਜਾਂ ਕੀ ਆ ਸਿੰਜਾਈ ਦਾ ਟੈਕਸ ਲਗਾ ਦਿੰਦੀ ਆ, ਜਾਂ ਮਾਰਕੀਟ ਫੀਸ ਚਾਰਜ ਕਰ ਲੈਂਦੀ ਆ। ਇਹਦੇ ਨਾਲ ਕੀ ਹੈ ਐਗਰੀਕਲਚਰ ਡਿਵੈਲਪ ਨੂੰ ਸੈਕਟਰ ਨੂੰ ਡਿਵੈਲਪ ਕੀਤਾ ਜਾਵੇ ਅਤੇ ਗੌਰਮੈਂਟ ਦੀ ਇਨਕਮ ਵੀ ਇਹਦੇ ਨਾਲ ਵੱਧ ਜਾਂਦੀ ਹੈ। 7th ਹੈਗਾ ਵਾ ਰਿਸੋਰਸ ਆਫ ਫੂਡ। The food is the basis of the life. Most of the people in India are the vegetarian because of the influence of their religion's view, so that they get food to the from agriculture। ਵੀ ਇਹ ਸਰੋਤ ਆ ਭੋਜਨ ਦੇ ਲਈ। ਜਿਹੜਾ ਇੰਡੀਆ ਦੇ ਲੋਕ ਨੇ ਜ਼ਿਆਦਾਤਰ ਉਹ ਕੀ ਨੇ, ਸ਼ਾਕਾਹਾਰੀ ਲੋਕ ਨੇ, ਉਹ ਧਰਮ ਨੂੰ ਪਰਖ ਦੇ ਉੱਤੇ ਚੱਲਦੇ ਨੇ, ਤਾਂ ਕਰਕੇ ਇੱਥੇ ਜਿਹੜਾ ਫੂਡ ਗੇਨ ਆ ਉਹ ਜ਼ਿਆਦਾਤਰ ਕੀ ਆ ਐਗਰੀਕਲਚਰ ਤੋਂ ਲਿਆ ਜਾਂਦਾ ਵਾ। 8th ਹੈ ਹੈਲਪ ਆਫ ਟੂ ਦੀ ਕੈਪੀਟਲ ਫਾਰਮੇਸ਼ਨ। ਪੂੰਜੀ ਨਿਰਮਾਣ ਦੀ ਇਨਕਰੀਜ਼ ਇਨ ਦੀ ਐਗਰੀਕਲਚਰ ਇਨਕਮ ਲੀਡਸ ਟੂ ਦੀ ਇਨਕਰੀਜ਼ ਦੀ ਸੇਵਿੰਗ ਐਂਡ ਫਰਦਰ help into the capital formation, and capital is a necessary condition for economic development। ਵੀ ਜਿਹੜੀ ਕੈਪੀਟਲ ਫਾਰਮੇਸ਼ਨ ਯਾਨੀ ਕਿ ਪੂੰਜੀ ਨਿਰਮਾਣ ਦੇ ਹੈਲਪ ਲਈ ਐਗਰੀਕਲਚਰ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੀ ਇਨਕਮ ਜਿਹੜੀ ਉਹ ਲੀਡ ਕਰਦੀ ਆ ਸੇਵਿੰਗ ਨੂੰ ਕਰਨ ਦੇ ਵਿੱਚ ਅਤੇ ਹੈਲਪ ਕਰਦੀ ਆ ਹੋਰ ਵੀ ਜ਼ਿਆਦਾ ਪੂੰਜੀ ਕਮਾਉਣ ਦੇ ਲਈ। ਤਾਂ ਇਹ ਇੱਕ ਨੈਸੈਸਰੀ ਕੰਡੀਸ਼ਨ ਬਣ ਜਾਂਦੀ ਹੈ ਇਕਨੋਮਿਕ ਡਿਵੈਲਪਮੈਂਟ ਦੇ ਲਈ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਇਹਦੇ ਜਿਹੜੇ ਅੱਗੇ ਸ਼ਾਰਟ ਕੁਐਸਚਨ ਆਨਸਰ ਹੈਗੇ ਉਹ ਅਸੀਂ ਨੈਕਸਟ ਪਾਰਟ ਦੇ ਵਿੱਚ ਇਹਨੂੰ ਡਿਸਕਸ ਕਰਾਂਗੇ। ਅਤੇ ਜੇਕਰ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਚੈਨਲ ਨਾਲ ਜੁੜੋ, ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਅਤੇ ਵੱਧ ਤੋਂ ਵੱਧ ਜਿਹੜੇ ਹੋ ਸਕੇ ਤਾਂ ਇਸ ਚੈਨਲ ਦੇ ਮੇਰੇ ਚੈਨਲ ਦੇ ਉੱਤੇ ਕਮੈਂਟਸ ਵੀ ਕਰ ਸਕਦੇ ਹੋ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਰਹੀਆਂ ਨੇ, ਅਤੇ ਮੈਂ ਉਹਨੂੰ ਟਰਾਈ ਕਰੂੰਗਾ ਕਿ ਉਹ ਪ੍ਰੋਬਲਮ ਨੂੰ ਟੈਕਲਸ ਕਰਨ ਦੇ ਲਈ। ਥੈਂਕਸ ਲੋਟ ਵਾਚਿੰਗ ਫॉर ਮਾਈ ਸੈਸ਼ਨ।